कि जो पेटेंट खत्म हो गया वो दवाई जरनल हो गई, उन्होंने कोई भी फर्म बना सकती है। हुण रौला कित्थे पैंदा कि जे तुसीं US दे विच वेखोगे जिहड़ा जैनरिक दवाइयां दा बाज़ार आ, लड़िओ ना ना आपां कैमिस्ट शॉप का कोई पक्ष लेना, ना डॉक्टरां दा, ना आपां मोदी खाने वालियां दा, ना आपां जरनल गल करांगे तत्थां दे बिना ते। हुण देखो गल ये है कि जब पेटेंट खत्म हो गया दवाई जरनल हो गई, मतलब कि जिहड़ियां जरनल दवाइयां बनाउण लग पईयां कंपनियां, जैनरिक दवाई बनाउण लग गई उस साल्ट दी, तो उन्हां दा कोई खर्चा नहीं है, ठीक है। उन्हां दी कॉस्ट की है सिर्फ प्रोडक्शन दी, जो प्रोडक्टिविटी कर रहे ने वो, ठीक है। उन्हां दी कोई खोज दा जां प्रमोशन दा सारा खर्चा घट गया, मतलब कि उन्हां दी कॉस्ट बिल्कुल माइनर है, बहुत घट है ना। ਹੁਣ ਜਿਹੜੇ ਲੋਕ ਅਮਰੀਕਾ ਦੇ ਵਿੱਚ ਰਹਿੰਦੇ ਉਹਨਾਂ ਨੂੰ ਪਤਾ ਹੋਊਗਾ ਕਿ ਉੱਥੇ ਜੈਨਰਿਕ ਦਵਾਈ ਜਿਹੜੀ ਆ ਉਹ ਐਥੀਕਲ ਦਵਾਈ ਦੇ ਨਾਲੋਂ 80 ਤੋਂ ਲੈ ਕੇ 90% ਤੱਕ ਸਸਤੀ ਆ। ਇੱਥੋਂ ਹੀ ਸਾਡੇ ਪ੍ਰੋਬਲਮ ਸ਼ੁਰੂ ਹੁੰਦੀ ਆ ਜਿਹਦੀ ਅਸੀਂ ਜੜ ਤੱਕ ਕਦੇ ਜਾਂਦੇ ਹੀ ਨਹੀਂ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਜੈਨਰਿਕ ਅਤੇ ਐਥੀਕਲ ਦਵਾਈਆਂ ਨੂੰ ਲੈ ਕੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਘਮਾਸਾਨ ਮਚਿਆ ਹੋਇਆ ਹੈ ਕਿ ਆਖਿਰ ਇਹਨਾਂ ਦਵਾਈਆਂ ਦੇ ਰੇਟ ਵਿੱਚ ਇੰਨਾ ਫਰਕ ਕਿਉਂ ਹੈ ਤੇ ਆਖਿਰ ਕਿਉਂ ਡਾਕਟਰ ਪਰਚੀ ਉੱਤੇ ਮਰੀਜ਼ਾਂ ਨੂੰ ਸਾਲਟ ਲਿਖ ਕੇ ਨਹੀਂ ਦਿੰਦੇ, ਕਿਉਂ ਕੰਪਨੀਆਂ ਦੇ ਨਾਮ ਲਿਖ ਕੇ ਦਵਾਈਆਂ ਰਿਕਮੈਂਡ ਕਰਦੇ ਨੇ, ਜਿਹਦੇ ਨਾਲ ਗਰੀਬਾਂ ਦੀ ਰੱਜ ਕੇ ਮੈਡੀਕਲ ਸਟੋਰਸ ਤੋਂ ਲੈ ਕੇ ਨਿੱਜੀ ਦੁਕਾਨਦਾਰ ਛਿੱਲ ਲਾਉਂਦੇ ਨੇ। ਅਤੇ ਕਈ ਨਿੱਜੀ ਹਸਪਤਾਲਾਂ ਨੇ ਤਾਂ ਆਪਣੇ ਹਸਪਤਾਲ ਦੇ ਵਿੱਚ ਹੀ ਮੈਡੀਕਲ ਸਟੋਰਸ ਖੋਲ੍ਹੇ ਹੋਏ ਨੇ ਜਿਨ੍ਹਾਂ ਦੀ ਦਵਾਈ ਤੁਹਾਨੂੰ ਕਿਤੋਂ ਵੀ ਬਾਹਰੋਂ ਨਹੀਂ ਮਿਲਦੀ, ਸਿਰਫ ਉਹਨਾਂ ਦੇ ਹਸਪਤਾਲ ਦੇ ਵਿੱਚੋਂ ਹੀ, ਉਹਨਾਂ ਦੇ ਮੈਡੀਕਲ ਸਟੋਰ ਤੋਂ ਹੀ ਮਿਲਦੀ ਹੈ। ਤੇ ਇਹ ਦਵਾਈਆਂ ਅਜਿਹੀਆਂ ਨੇ ਜੋ ਦੁੱਧ ਵਾਂਗ ਮਹੀਨੇ ਦੇ ਮਹੀਨੇ ਬਿੱਲ ਉਤਾਰਨ ਵਾਸਤੇ ਇਹ ਡਾਕਟਰ ਤੁਹਾਨੂੰ ਲਗਾ ਦਿੰਦੇ ਨੇ ਤੇ ਹਰ ਮਹੀਨੇ ਤੁਹਾਨੂੰ ਉੱਥੇ ਹਜ਼ਾਰਾਂ ਰੁਪਏ ਦੇ ਬਿੱਲ ਉਤਾਰ ਕੇ ਦਵਾਈ ਲੈ ਕੇ ਹੀ ਆਣੀ ਪੈਂਦੀ ਹੈ। ਅੱਜ ਤੁਹਾਨੂੰ ਅਸਲੀਅਤ ਦੱਸ ਰਹੇ ਹਾਂ ਕਿ ਆਖਿਰ ਕੀ ਫਰਕ ਹੈ ਜੈਨਰਿਕ ਅਤੇ ਐਥੀਕਲ ਦਵਾਈਆਂ ਦੇ ਵਿੱਚ ਤੇ ਆਖਿਰ ਕਿਹੜਾ ਮਾਫੀਆ ਹੈ ਇਸ ਦੇ ਪਿੱਛੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬੜੇ ਚਿਰ ਬਾਅਦ ਅੱਜ ਲਾਈਵ ਹੋਣ ਦਾ ਸਬਬ ਬਣਿਆ ਵਾ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਤੇ ਮੈਨੂੰ ਕਾਫੀ ਦਿਨਾਂ ਤੋਂ ਮੈਸੇਜ ਆਏ, ਵੈਸੇ ਅਸੀਂ ਇੱਕ ਪ੍ਰੋਗਰਾਮ ਵੀ ਕੀਤਾ ਸੀਗਾ ਇਸ ਬਾਬਤ। ਚਲੋ ਅਸੀਂ ਛੋਟੇ ਮੋਟੇ ਲੋਕ ਹਾਂ, ਬਹੁਤੇ ਲੋਕ ਸਾਨੂੰ ਨੋਟਿਸ ਨਹੀਂ ਕਰਦੇ। ਔਰ ਉਸ ਤੋਂ ਬਾਅਦ ਕਿਉਂਕਿ ਦਵਾਈਆਂ ਵਾਲਾ ਝਗੜਾ ਜਿਹੜਾ ਉਹ ਕਾਫੀ ਵੱਧ ਗਿਆ ਤੇ ਮੇਰੇ ਆਪਣੇ ਜਿਹੜੇ ਭੈਣ ਭਰਾ ਵਾ ਉਹ ਕਹਿਣ ਲੱਗੇ ਕਿ ਬਈ ਤੈਨੂੰ ਬੋਲਣਾ ਚਾਹੀਦਾ, ਕਿਉਂਕਿ ਮੈਂ ਥੋੜ੍ਹਾ ਫੇਸਬੁੱਕ ਤੋਂ ਦੂਰ ਹਾਂ ਅੱਜ ਕੱਲ੍ਹ। ਮੈਂ ਆਪਣੀ ਲਾਈਫ ਦੇ ਵਿੱਚ ਕੁਛ ਰੁਝੇਵਿਆਂ ਕਰਕੇ ਤਾਂ ਉਹ ਜ਼ਿਆਦਾ ਹੀ ਕਹਿਣ ਲੱਗੇ। ਪਹਿਲਾਂ ਮੈਂ ਪੋਸਟ ਪਾਇਆ ਸੀਗਾ, ਫਿਰ ਉਹ ਕੁਛ ਹੋਰ ਵੀਰ ਕਹਿਣ ਲੱਗੇ ਕਿ ਨਹੀਂ ਯਾਰ ਅੱਜ ਕੱਲ੍ਹ ਜ਼ਮਾਨਾ ਜਿਹੜਾ ਉਹ ਵੀਡੀਓ ਦਾ, ਤੂੰ ਵੀਡੀਓ ਪਾ। ਮੈਨੂੰ ਵੀਡੀਓ ਬਣਾ ਕੇ ਪਾਉਣੀ ਔਖੀ ਆ, ਜੇ ਤਾਂ ਅੱਜ ਟੀਮ ਆਉਣੀ ਹੁੰਦੀ ਤਾਂ ਫਿਰ ਮੈਂ ਉਹਨਾਂ ਨੂੰ ਕਹਿ ਦਿੰਦਾ ਅੱਜ ਸਾਡਾ ਆਫ ਡੇ ਆ। ਸੋ ਫਿਰ ਮੈਂ ਆਖਿਆ ਮੈਂ ਚਲੋ ਲਾਈਵ ਆ ਜਾਂਦਾ ਨਾ, ਆਪਾਂ ਕੋਈ ਜ਼ਿਆਦਾ ਕੋਈ ਬਹੁਤੇ ਉਹ ਚਰਚੇ ਨਹੀਂ ਕਰਾਂਗੇ ਨਾ ਹੀ ਆਪਾਂ ਬਹੁਤੀ ਲੰਮੀ ਵੀਡੀਓ ਖਿੱਚਾਂਗੇ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਸੋਰਸ ਦੱਸ ਦਿੰਦਾ ਕਿ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਉਹ ਕਿਵੇਂ ਆ ਨਾ ਇਸ ਖੇਤਰ ਦੀ, ਕਿ ਮੈਂ ਕਈ ਸਾਲ ਇੱਕ ਕੈਮਿਸਟ ਸ਼ਾਪ 'ਤੇ ਬੈਠਾ ਵਾਂ, ਠੀਕ ਹੈ। ਇਹ ਨਾ ਸਮਝੋ ਤਰ੍ਹਾਂ ਤਰ੍ਹਾਂ ਦੇ ਕੰਮ ਮੈਂ ਵੀ ਕੀਤੇ ਆ ਨਾ। ਤਾਂ ਮੇਰੇ ਇੱਕ ਦੋਸਤ ਦਾ ਕੈਮਿਸਟ ਸ਼ਾਪ ਆ ਔਰ ਮੈਡੀਕਲ ਉਹ ਹਾਲੇ ਵੀ ਆ, ਅਤੇ ਉਹਦੇ ਕੋਲ ਮੈਂ 5-6 ਸਾਲ ਲਗਾਤਾਰ ਬੈਠਾ। ਕੁਛ ਚੀਜ਼ਾਂ ਮੈਨੂੰ ਉੱਥੋਂ ਪਤਾ ਲੱਗੀਆਂ, ਠੀਕ ਹੈ, ਕਿਉਂਕਿ ਹਮੇਸ਼ਾ ਆਪਣਾ ਇੱਕ ਜਿੱਦਾਂ ਕਹੀਏ ਕਿ ਹਮੇਸ਼ਾ ਇਹ ਜਜ਼ਬਾ ਰਿਹਾ ਕਿ ਆਪਾਂ ਯਾਰ ਵੱਧ ਤੋਂ ਵੱਧ ਜਾਣਕਾਰੀ ਲਈਏ, ਚਾਹੇ ਵਿਹਲੜ ਬੈਠੇ ਆ ਨਾ। ਔਰ ਦੂਸਰਾ ਕਿ ਜਦ ਇਹ ਝਗੜਾ ਚੱਲਿਆ ਉਸ ਤੋਂ ਬਾਅਦ ਕਾਫੀ ਵੇਰੀਅਸ ਟਾਈਪ ਦੇ ਆਰਟੀਕਲ ਪੜ੍ਹੇ, ਕਾਫੀ ਵਿਦਵਾਨਾਂ ਦਾ ਪੱਖ ਸੁਣਿਆ ਹੈ ਨਾ ਪੰਜਾਬ ਦੇ ਵਿੱਚ। ਸੋ ਇਹ ਮੇਰਾ ਸੋਰਸ ਆ, ਮੈਂ ਪਹਿਲਾਂ ਹੀ ਦੱਸ ਦੇਣਾ। ਔਰ ਕੁਝ ਚੀਜ਼ਾਂ ਜਿਹੜੀਆਂ ਹੋਣਗੀਆਂ ਉਹ ਮੈਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦੂੰਗਾ, ਜਿਹੜੇ ਹੋਰ ਤੱਥ ਹੋਣਗੇ, ਠੀਕ ਹੈ। ਸੋ ਆਪਾਂ ਗੱਲਬਾਤ ਸ਼ੁਰੂ ਕਰਦੇ ਚੱਲਦੇ ਹਾਂ ਨਾਲ। ਦੇਖੋ ਪਹਿਲੀ ਗੱਲ ਇਹ ਆ ਕਿ ਸਾਡੇ ਬਹੁਤ ਸਾਰੇ ਲੋਕਾਂ ਨੂੰ ਜੈਨਰਿਕ ਦਵਾਈ ਅਤੇ ਜਿਹੜੀ ਬ੍ਰਾਂਡਡ ਦਵਾਈ ਆ ਉਹਦੇ ਬਾਰੇ ਆਗਾਹ ਹੀ ਨਹੀਂ ਕੀਤਾ ਜਾ ਰਿਹਾ, ਉਹਨਾਂ ਨੂੰ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਠੀਕ ਹੈ। ਦੱਸਿਆ ਜਾ ਰਿਹਾ ਜੈਨਰਿਕ ਐਥੀਕਲ। ਯਾਰ ਪੇਂਡੂ ਬੰਦੇ ਨੂੰ, ਹੁਣ ਮੇਰੀ ਮਾਤਾ ਨੂੰ ਜੇ ਤੁਸੀਂ ਉਹ ਸ਼ੂਗਰ ਦੀਆਂ ਗੋਲੀਆਂ ਖਾਂਦੀ ਆ, ਉਹਨੂੰ ਜੇ ਤੁਸੀਂ ਆਹ ਪੜ੍ਹਾਓਗੇ ਉਹਨੂੰ ਕੀ ਸਮਝਾਓਗੇ? ਹਾਂ, ਕੁਛ ਨਹੀਂ ਪੱਲੇ ਪਊਗਾ, ਹੈ ਨਾ। ਇੱਕ ਵਿੱਚੋਂ ਵੀਰ ਫੇਸਬੁੱਕ 'ਤੇ ਕਾਲ ਕਰ ਰਹੇ ਆ, ਮੇਰੀ ਬੇਨਤੀ ਆ ਉਹਨਾਂ ਨੂੰ ਕਿ ਪਲੀਜ਼ ਯਾਰ ਮੈਂ ਲਾਈਵ ਆ ਅਤੇ ਤੁਸੀਂ ਇੰਨਾ ਤਾਂ ਦੇਖ ਲਓ ਨਾ ਕਿ ਫੇਸਬੁੱਕ ਦੇ ਵਿੱਚ ਲਾਈਵ ਚੱਲੀ ਜਾਂਦਾ, ਤੁਸੀਂ ਕਾਲ ਨਾ ਕਰੋ ਪਲੀਜ਼, ਠੀਕ ਹੈ ਜੀ। ਤਾਂ ਮੈਂ ਉਹਨਾਂ ਨੂੰ ਬੇਨਤੀ ਕਰ ਲਵਾਂ। ਸੋ ਦੇਖੋ ਹੈ ਨਾ, ਸਾਨੂੰ ਪਹਿਲਾਂ ਤਾਂ ਬੇਸਿਕ ਸਮਝਣਾ ਚਾਹੀਦਾ ਕਿ ਇਹਦੇ ਵਿੱਚ ਅੰਤਰ ਕੀ ਆ। ਹੁਣ ਮੈਂ ਕੋਈ ਛੋਟੀ ਜਿਹੀ ਉਦਾਹਰਣ ਦੇ ਦਿੰਦਾ ਕਿ ਜਿੱਦਾਂ ਲਾ ਲਓ ਕਰੋਨਾ ਚੱਲਦਾ ਪਿਆ ਨਾ, ਇਹ ਕਰੋਨਾ ਕਾਲ ਹੈ ਨਾ।
ਸੋ ਕਰੋਨਾ ਦੇ ਵਿੱਚ ਮੰਨ ਲਓ ਇੱਕ ਕੋਈ ਸਾਲਟ ਕਿਸੇ ਨੇ ਲੱਭਿਆ, ਕੰਪਨੀ ਹੈ ਦਕੋਨਾ, ਉਹਨਾਂ ਨੇ ਵਕੋਨਾ ਸਾਲਟ ਦੇ ਨਾਲ ਦਵਾਈ ਤਿਆਰ ਕਰ ਲਈ, ਠੀਕ ਹੈ। ਦਕੋਨਾ ਹੋ ਗਈ ਕੰਪਨੀ, ਵਕੋਨਾ ਸਾਲਟ ਕਰੋਨਾ ਬਿਮਾਰੀ, ਠੀਕ ਹੈ। ਹੁਣ ਉਹਨਾਂ ਦੀ ਖੋਜ ਤੇ ਕਿੰਨਾ ਸਮਾਂ ਲੱਗਿਆ, ਕਿੰਨਾ ਪੈਸਾ ਲੱਗਿਆ, ਕਿੰਨਾ ਉਹਨਾਂ ਨੇ ਉਹਨੂੰ ਪ੍ਰਮੋਟ ਕੀਤਾ ਹੋਊਗਾ, ਸਾਰਾ ਕੁਝ ਕੀਤਾ ਹੋਊਗਾ ਨਾ। ਤਾਂ ਸਾਰਾ ਜੀ ਗੱਲ ਹੈ ਕਿ ਜਦ ਅਪਰੂਵਲ ਮਿਲੇਗੀ ਤਦ ਉਸ ਤੋਂ ਬਾਅਦ ਉਹਨਾਂ ਨੂੰ ਪੇਟੈਂਟ ਮਿਲੇਗਾ। ਸਮਝ ਗਏ ਨਾ ਪੇਟੈਂਟ ਕੀ ਹੁੰਦਾ ਹੈ? ਤਾਂ ਪੇਟੈਂਟ ਜਦ ਮਿਲੇਗਾ ਤਾਂ ਉਹਨਾਂ ਨੂੰ ਕੁਝ ਵਕਫੇ ਲਈ ਮਿਲੇਗਾ, 5 ਸਾਲ ਲਈ, 10 ਸਾਲ ਲਈ ਜਾਂ 15 ਸਾਲ ਲਈ, ਕਿ ਭਾਈ ਇਸ ਦਵਾਈ ਦੀ ਜਿੰਨੀ ਕਮਾਈ ਉਹ ਤੁਸੀਂ ਕਰੋਗੇ ਤਾਂ ਕਿ ਜਿਹੜਾ ਤੁਹਾਡਾ ਖਰਚਾ ਹੈ ਉਹ ਤੁਸੀਂ ਆਪਣਾ ਵਸੂਲ ਕਰ ਸਕੋ। ਅਦਰ ਕੰਪਨੀ ਕੋਈ ਵੀ ਹੈ ਜਿਹੜੀ ਦੂਸਰੀ ਕੰਪਨੀ ਜਿਹੜੀ ਹੈ ਨਾ, ਉਹ ਕੰਪਨੀ ਉਹ ਸੇਮ ਸਾਲਟ ਦੀ ਦਵਾਈ ਤਦ ਤੱਕ ਨਹੀਂ ਬਣਾ ਸਕਦੀ ਜਦ ਤੱਕ ਤੁਹਾਡੇ ਕੋਲ ਪੇਟੈਂਟ ਆ। ਇਹਨੂੰ ਕਵਾਂਗੇ ਬ੍ਰਾਂਡਡ ਐਥੀਕਲ, ਕੁਝ ਵੀ ਕਹਿ ਲਓ, ਠੀਕ ਹੈ ਜੀ। ਉਹਨਾਂ ਨੇ ਆਪਣਾ ਬ੍ਰਾਂਡ ਬਣਾ ਲਿਆ ਹੈ ਨਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਲਟ ਬਿਮਾਰੀ ਔਰ ਉਸ ਤੋਂ ਬਾਅਦ ਫਰਮ ਹੈ ਨਾ, ਉਹ ਇੱਕ ਉਹਨਾਂ ਨੇ ਬ੍ਰਾਂਡ ਬਣਾ ਲਿਆ, ਉਸ ਤੋਂ ਬਾਅਦ ਉਹ ਕਮਾਈ ਕੀਤੀ, ਰਾਈਟ। ਇਹ ਕਲੀਅਰ ਹੋ ਗਿਆ। ਦੂਜੀ ਚੀਜ਼ ਇਹ ਆ ਕਿ ਜਦੋਂ ਪੇਟੈਂਟ ਖਤਮ ਹੋ ਗਿਆ, ਮੰਨ ਲਓ ਕਰੋਨਾ ਦੀ ਦਵਾਈ ਬਣਾਈ ਹੈ ਨਾ ਦਕੋਨਾ ਕੰਪਨੀ ਨੇ, ਵਕੋਨਾ ਉਹਦਾ ਸਾਲਟ ਦਾ ਨਾਮ ਰੱਖ ਲਿਆ ਜਾਂ ਕੁਝ ਵੀ ਹੈ ਨਾ, ਤਾਂ ਉਸ ਤੋਂ ਬਾਅਦ 5 ਸਾਲ ਬਾਅਦ ਜਦ ਉਹਨਾਂ ਦਾ ਪੇਟੈਂਟ ਖਤਮ ਹੋ ਗਿਆ, ਉਹ ਕੀ ਹੋ ਗਈ? ਦਵਾਈ ਜਰਨਲ ਦਵਾਈ ਹੋ ਗਈ। ਜਰਨਲ ਦਾ ਮਤਲਬ ਕੀ ਹੈ? ਉੱਥੇ ਮਿੰਟੂ ਵੀ ਦਵਾਈ ਬਣਾ ਸਕਦਾ ਉਸੇ ਸਾਲਟ ਨਾਲ ਕਰੋਨਾ ਦੀ, ਟਿੰਕੂ ਵੀ ਬਣਾ ਸਕਦਾ, ਸ਼ਿੰਟੂ ਵੀ ਬਣਾ ਸਕਦਾ, ਮਤਲਬ ਕਿ ਪਿੰਟੂ ਵੀ ਬਣਾ ਸਕਦਾ ਹੈ, ਠੀਕ ਹੈ। ਉਹ ਸਾਰੇ ਹੀ ਬਣਾਉਣ ਲੱਗੇ। ਇਹ ਬੜਾ ਸਿੰਪਲ ਫਰਕ ਹੈ ਯਾਰ, ਜਿਹੜਾ ਸਾਡੇ ਪੰਜਾਬੀਆਂ ਨੂੰ ਸਮਝਾਇਆ ਨਹੀਂ ਜਾ ਰਿਹਾ, ਠੀਕ ਹੈ। ਇਹ ਬੁਨਿਆਦੀ ਫਰਕ ਆ। ਮੇਰੇ ਬਹੁਤ ਸਾਰੇ ਮਿੱਤਰ ਆ ਕੈਮਿਸਟ ਸ਼ਾਪ ਵਾਲੇ ਇਸ ਖੇਤਰ ਦੇ ਹੈ ਨਾ, ਉਹਨਾਂ ਦੀ ਰਾਏ ਨਹੀਂ ਲਈ ਜਾ ਰਹੀ, ਪਤਾ ਨਹੀਂ ਕਿਉਂ ਨਹੀਂ ਬੋਲ ਰਹੇ, ਕਈਆਂ ਕੋਲ ਮੰਚ ਨਹੀਂ ਹੁੰਦਾ। ਤਾਂ ਇਹ ਬੇਸਿਕ ਫਰਕ ਹੈ ਕਿ ਜਦੋਂ ਪੇਟੈਂਟ ਖਤਮ ਹੋ ਗਿਆ, ਉਹ ਦਵਾਈ ਜਰਨਲ ਹੋ ਗਈ, ਉਹਨੂੰ ਕੋਈ ਵੀ ਫਰਮ ਬਣਾ ਸਕਦੀ ਹੈ। ਹੁਣ ਰੌਲਾ ਕਿੱਥੇ ਪੈਂਦਾ ਕਿ ਜੇ ਤੁਸੀਂ US ਦੇ ਵਿੱਚ ਵੇਖੋਗੇ ਜਿਹੜਾ ਜੈਨਰਿਕ ਦਵਾਈਆਂ ਦਾ ਬਾਜ਼ਾਰ ਆ, ਲੜਿਓ ਨਾ ਨਾ ਆਪਾਂ ਕੈਮਿਸਟ ਸ਼ਾਪ ਦਾ ਕੋਈ ਪੱਖ ਲੈਣਾ, ਨਾ ਡਾਕਟਰਾਂ ਦਾ, ਨਾ ਆਪਾਂ ਮੋਦੀ ਖਾਨੇ ਵਾਲਿਆਂ ਦਾ ਨਾ, ਆਪਾਂ ਜਰਨਲ ਗੱਲ ਕਰਾਂਗੇ ਤੱਥਾਂ ਦੇ ਬਿਨਾਂ 'ਤੇ। ਹੁਣ ਦੇਖੋ ਗੱਲ ਇਹ ਆ ਕਿ ਜਦ ਪੇਟੈਂਟ ਖਤਮ ਹੋ ਗਿਆ, ਦਵਾਈ ਜਰਨਲ ਹੋ ਗਈ, ਮਤਲਬ ਕਿ ਜਿਹੜੀਆਂ ਜਰਨਲ ਦਵਾਈਆਂ ਬਣਾਉਣ ਲੱਗ ਪਈਆਂ ਕੰਪਨੀਆਂ, ਜੈਨਰਿਕ ਦਵਾਈ ਬਣਾਉਣ ਲੱਗ ਗਈ ਉਸੇ ਸਾਲਟ ਦੀ, ਤਾਂ ਉਹਨਾਂ ਦਾ ਕੋਈ ਖਰਚਾ ਨਹੀਂ ਹੈ, ਠੀਕ ਹੈ। ਉਹਨਾਂ ਦੀ ਕਾਸਟ ਕੀ ਹੈ? ਸਿਰਫ ਪ੍ਰੋਡਕਸ਼ਨ ਦੀ, ਜੋ ਪ੍ਰੋਡਕਟਿਵਿਟੀ ਕਰ ਰਹੇ ਨੇ ਉਹ, ਠੀਕ ਹੈ। ਉਹਨਾਂ ਦੀ ਕੋਈ ਖੋਜ ਦਾ ਜਾਂ ਪ੍ਰਮੋਸ਼ਨ ਦਾ ਸਾਰਾ ਖਰਚਾ ਘਟ ਗਿਆ, ਮਤਲਬ ਕਿ ਉਹਨਾਂ ਦੀ ਕਾਸਟ ਬਿਲਕੁਲ ਮਾਈਨਰ ਹੈ, ਬਹੁਤ ਘੱਟ ਹੈ ਨਾ। ਹੁਣ ਜਿਹੜੇ ਲੋਕ ਅਮਰੀਕਾ ਦੇ ਵਿੱਚ ਰਹਿੰਦੇ, ਉਹਨਾਂ ਨੂੰ ਪਤਾ ਹੋਊਗਾ ਕਿ ਉੱਥੇ ਜੈਨਰਿਕ ਦਵਾਈ ਜਿਹੜੀ ਆ ਉਹ ਐਥੀਕਲ ਦਵਾਈ ਦੇ ਨਾਲੋਂ 80 ਤੋਂ ਲੈ ਕੇ 90% ਤੱਕ ਸਸਤੀ ਆ। ਇੱਥੋਂ ਹੀ ਸਾਡੇ ਪ੍ਰੋਬਲਮ ਸ਼ੁਰੂ ਹੁੰਦੀ ਹੈ, ਜਿਹਦੀ ਅਸੀਂ ਜੜ ਤੱਕ ਕਦੇ ਜਾਂਦੇ ਹੀ ਨਹੀਂ ਹਾਂ। ਸਾਡੇ ਪੰਜਾਬੀਆਂ ਨੂੰ ਆਦਤ ਹੈ, ਅਸੀਂ ਜਿਹੜਾ ਦਰਖਤ ਹੈ ਨਾ ਉੱਤੋਂ ਛਾਂਗਦੇ ਰਹਿੰਦੇ ਹਾਂ, ਜੜ ਤੱਕ ਨਹੀਂ ਅਸੀਂ ਜਾਂਦੇ। ਇਹ ਸਾਡੀ ਬੇਸਿਕ ਸਮੱਸਿਆ। ਹੁਣ ਸਾਡੀ ਜੜ ਕਿੱਥੇ ਹੈ ਇਸ ਸਮੱਸਿਆ ਦੀ? ਮਤਲਬ ਕਿ US ਦੇ ਵਿੱਚ ਤੇ ਦਵਾਈ ਜਿਹੜੀ ਹੈ ਜੈਨਰਿਕ ਹੋ ਕੇ ਮਤਲਬ ਆਮ ਦਵਾਈ ਹੋ ਗਈ। ਸਾਡੇ ਕੀ ਹੈ ਕਿ ਜਿਹੜੀ ਜੈਨਰਿਕ ਦਵਾਈ ਹੈ ਉਹ ਬ੍ਰਾਂਡਡ ਹੋ ਜਾਂਦੀ ਹੈ। ਮਤਲਬ ਕਿ ਟਿੰਕੂ ਫਰਮ ਨੇ ਕਰਨਾ, ਉਹਨਾਂ ਕਹਿਣਾ ਯਾਰ ਟਿੰਕੂ ਨਾਂ ਰੱਖਿਆ ਨਾ ਥੋੜ੍ਹਾ ਜਿਹਾ ਅਟਪਟਾ ਜਿਹਾ ਲੱਗਣਾ, ਤਾਂ ਉਹਨਾਂ ਕੀ ਰੱਖਤਾ? ਟੀ ਬਾਇਓ ਫਾਰਮਾ ਦੀ ਹੈ ਦਵਾਈ ਉਹੀ ਹੈ, ਉਹ ਸਾਲਟ ਉਹੀ ਹੈ ਨਾ, ਸਾਲਟ ਉਹੀ ਹੈ ਵਕੋਨਾ। ਆਪਾਂ ਇੱਕ ਮਿਸਾਲ ਲੈ ਕੇ ਚੱਲਦੇ ਹਾਂ, ਸਾਲਟ ਉਹੀ ਹੈ ਤੇ ਬਣਾ ਦਿੱਤੀ ਟੀ ਬਾਇਓ ਫਾਰਮਾ ਦੀ ਦਵਾਈ, ਚੰਗਾ ਰੈਪਰ ਦਿੱਤਾ ਨਾ। ਔਰ ਹੁਣ ਜਿਹੜੀ ਐਥੀਕਲ ਦਵਾਈ ਆ ਉਹਦਾ ਰੇਟ ਉਹਨਾਂ ਨੇ ਰੱਖ ਲਿਆ 3500 4000, ਇਹਨਾਂ ਨੇ ਜਵਾਨਾਂ ਨੇ 3000 ਰੱਖ ਲਿਆ MRP, ਠੀਕ ਹੈ। ਅਗਲਾ ਕਹਿੰਦਾ ਯਾਰ 4000 ਦੀ, ਇਹ 3000 ਦੀ, ਉੱਥੇ ਖੁਸ਼ ਹੈ ਨਾ, ਥੋੜ੍ਹਾ ਬਹੁਤਾ ਤੁਹਾਨੂੰ ਚਲੋ ਜਿਹੜਾ ਡਿਸਕਾਊਂਟ ਵਾਲਾ ਰੌਲਾ ਚੱਲਦਾ ਨਾ ਉਹ ਦੇਤਾ। ਔਰ ਆਹੀ ਰੌਲਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਜੈਨਰਿਕ ਦਵਾਈਆਂ ਦੀ ਜਿਹੜੀ ਆ ਉਹ ਬ੍ਰਾਂਡਿੰਗ ਹੋ ਜਾਂਦੀ ਹੈ, ਅੱਗੇ ਕੋਈ ਕੁੰਡਾ ਨਹੀਂ ਹੈ ਇਹਦੇ 'ਚ, ਜਿਹੜੀ ਸਭ ਤੋਂ ਮੈਂ ਚੀਜ਼ ਨੋਟ ਕੀਤੀ ਹੈ। ਦੂਜੀ ਗੱਲ ਇਹਦੇ ਵਿੱਚ ਸਮੱਸਿਆ ਜਿਹੜੀ ਹੈ ਕਿ ਜਿਹੜੀ ਜੈਨਰਿਕ ਦਵਾਈ ਬਣਦੀ ਆ ਸਾਡੇ, ਅਸੀਂ ਮੇਰੇ ਖਿਆਲ ਦੇ ਨਾਲ ਐਕਸਪੋਰਟ ਹੀ ਕਰਦੇ ਹਾਂ ਘੱਟੋ ਘੱਟ 40-45 ਹਜ਼ਾਰ ਕਰੋੜ ਦਾ ਜੈਨਰਿਕ ਦਵਾਈਆਂ ਦਾ। ਸੋ ਟੌਪ ਦੇ ਅਸੀਂ ਨਿਰਮਾਤਾ ਹੈ ਜੈਨਰਿਕ ਦਵਾਈਆਂ ਦੇ ਮਾਮਲੇ 'ਚ। ਪਰ ਤੁਸੀਂ ਹੈਰਾਨ ਰਹੋਗੇ ਸਾਡਾ ਸਿਸਟਮ ਇੰਨਾ ਗਿਆ ਗੁਜ਼ਰਿਆ ਹੈ ਕਿ 99% ਜੈਨਰਿਕ ਦਵਾਈ ਦੀ ਟੈਸਟਿੰਗ ਨਹੀਂ ਹੁੰਦੀ। ਇਹ ਜਨੇਜਾ ਸਾਹਿਬ ਮੇਰੇ ਨਾਲ ਜੁੜੇ ਸੀਗੇ, ਉਹ ਸਹਿਮਤ ਹੋਣਗੇ ਇਸ ਚੀਜ਼ ਦੇ ਨਾਲ, ਬਹੁਤ ਵੱਡੇ ਕੈਮਿਸਟ ਸ਼ਾਪ ਮਾਲਕ ਨੇ ਉਹ। ਤਾਂ ਸਾਡੇ ਇੱਥੇ 99% ਜੈਨਰਿਕ ਦਵਾਈਆਂ ਦੀ ਟੈਸਟਿੰਗ ਨਹੀਂ ਹੁੰਦੀ। ਤੁਸੀਂ ਅੰਕੜੇ ਕੱਢ ਕੇ ਦੇਖ ਲਓ। ਉਹਦਾ ਕਾਰਨ
ਕਾਰਨ ਕੀ ਆ ਕਿ ਤੁਹਾਨੂੰ 40 ਦਵਾਈ ਨਿਰਮਾਤਾਵਾਂ ਦੇ ਪਿੱਛੇ ਇੱਕ ਅਫਸਰ ਚਾਹੀਦਾ ਹੈ, ਇੱਕ ਅਫਸਰ, ਠੀਕ ਹੈ। ਔਰ ਦੂਜੇ ਪਾਸੇ ਮੇਰੇ ਖਿਆਲ ਦੇ ਨਾਲ 200 ਮੈਡੀਕਲਾਂ ਪਿੱਛੇ ਤੁਹਾਨੂੰ ਇੱਕ ਡਰੱਗ ਇੰਸਪੈਕਟਰ ਚਾਹੀਦਾ ਹੈ। ਉਹ ਡਰੱਗ ਆਫਿਸਰ, ਡਰੱਗ ਇੰਸਪੈਕਟਰ ਕਿੰਨੇ ਆ? 2017 'ਚ ਰੌਲਾ ਪਿਆ ਸੀਗਾ। ਮੈਂ ਅੱਗੇ ਵੀ ਕਿਹਾ ਕਿ ਪੰਜਾਬੀ ਬਹੁਤ ਪਛੜ ਕੇ ਇਹਨਾਂ ਚੀਜ਼ਾਂ ਨੂੰ ਫੜਦੇ ਆ। 2017 'ਚ ਬਹੁਤ ਵੱਡਾ ਰੌਲਾ ਪਿਆ ਸੀਗਾ ਇਸ ਚੀਜ਼ ਨੂੰ ਲੈ ਕੇ, ਔਰ ਉਸ ਸਮੇਂ ਇੱਕ ਅੰਕੜਾ ਸਾਹਮਣੇ ਆਇਆ ਸੀਗਾ ਕਿ ਪੂਰੇ ਭਾਰਤ ਦੇ ਵਿੱਚ ਜਿੱਥੇ 7-8 ਲੱਖ ਮੈਡੀਕਲ ਸ਼ਾਪ ਆ, ਉੱਥੇ ਸਿਰਫ ਡਰੱਗ ਇੰਸਪੈਕਟਰ 1500 ਹੈ ਜਿੱਥੇ ਸਮੱਸਿਆ ਹੈ। ਮਤਲਬ ਕਿ ਤੁਹਾਡੀ ਟੈਸਟਿੰਗ ਬਹੁਤ ਪੂਅਰ ਹੈ। ਸਿਰਫ 1% ਜੈਨਰਿਕ ਦਵਾਈ ਜਿਹੜੀ ਹੈ, ਇਹ ਤੁਸੀਂ ਕੱਢ ਲਿਓ ਅੰਕੜੇ, ਗੂਗਲ ਤੁਹਾਡੇ ਕੋਲ ਆ। ਜੈਨਰਿਕ ਦਵਾਈਆਂ ਦੀ ਜਿਹੜੀ ਟੈਸਟਿੰਗ ਹੁੰਦੀ ਆ ਮਾਤਰ 1% ਤੱਕ ਆ, 99% ਤੱਕ ਤੁਹਾਡੀ ਟੈਸਟਿੰਗ ਨਹੀਂ ਹੁੰਦੀ। ਹੁਣ ਪਹਿਲੀ ਗੱਲ ਤਾਂ ਇਹ ਆ ਕਿ ਜੈਨਰਿਕ ਦਵਾਈਆਂ 'ਤੇ ਫਿਰ ਮਿਆਰ ਦਾ ਫਰਕ ਪਊਗਾ ਹੀ ਪਊਗਾ, ਕਿਉਂਕਿ ਕੰਪਰੋਮਾਈਜ਼ਡ ਹੋ ਜਾਣਗੀਆਂ ਕੰਪਨੀਆਂ, ਹੈ ਨਾ। ਉਹਦੀ ਇੱਕ ਮਿਸਾਲ ਹੋਰ ਲੈ ਲਓ, ਹੈ ਨਾ, ਕਿ ਜਦੋਂ ਇਹਨਾਂ ਨੇ ਕਿਹਾ ਸੀਗਾ ਕਿ ਸਟੈਂਟ ਜਿਹੜੇ ਪਾਏ ਜਾਂਦੇ ਆ ਹਾਰਟ ਦੇ ਵਿੱਚ, ਉਹਨਾਂ ਦਾ ਰੇਟ ਅਸੀਂ 29,500 ਤੈਅ ਕਰਾਂਗੇ, ਯਾਦ ਹੈ ਨਾ ਤੁਹਾਨੂੰ। ਜਦ ਉਹਨਾਂ ਨੇ ਉਹ ਤੈਅ ਕਰ ਦਿੱਤੀ ਕੀਮਤ, ਉਸ ਤੋਂ ਬਾਅਦ ਬਹੁਤ ਸਾਰੀਆਂ ਸਟੈਂਟ ਕੰਪਨੀਆਂ ਜਿਹੜੀਆਂ ਸੀਗੀਆਂ, ਜਾਂ ਤਾਂ ਉਹ ਇਸ ਖੇਤਰ ਨੂੰ ਛੱਡੀ ਗਈਆਂ ਜਾਂ ਉਹਨਾਂ ਨੇ ਕੁਆਲਿਟੀ ਕੰਪਰੋਮਾਈਜ਼ ਕਰ ਲਿਆ। ਔਰ ਸਾਡੇ ਸਿਸਟਮ ਨੇ ਉੱਥੇ ਵੀ ਕੀ ਕੀਤਾ ਕਿ ਸਟੈਂਟ ਦਾ ਰੇਟ ਤੈਅ ਕਰ ਦਿੱਤਾ, ਪਰ ਜਿਹੜੇ ਸਰਜਰੀ ਕਰਨ ਵਾਲੇ ਸੀਗੇ, ਸਰਜਨ, ਉਹਨਾਂ ਨੂੰ ਖੁੱਲ੍ਹਾ ਛੱਡ ਦਿੱਤਾ। ਤਾਂ ਉਹ ਜਿਹੜੇ ਡਾਕਟਰ ਸੀ ਜਿਨ੍ਹਾਂ ਦੇ ਆਪਣੇ ਹਸਪਤਾਲ ਸੀਗੇ, ਜਿਹੜੇ ਆਪਦੇ ਕੋਲੋਂ ਹੀ ਸਟੈਂਟ ਪਾਉਂਦੇ ਸੀ, ਉਹਨਾਂ ਨੇ ਸਰਜਰੀ ਦੇ ਰੇਟ ਚੁੱਕਦੇ। ਕੀ ਕਰੋਗੇ ਤੁਸੀਂ? ਸੋ ਹਰੇਕ ਚੀਜ਼ ਦੀ ਇੱਥੇ ਇੱਕ ਸਮੱਸਿਆ ਹੈ, ਹਰੇਕ ਚੀਜ਼ ਦੀ ਇੱਕ ਸਮੱਸਿਆ। ਜੇ ਤੁਸੀਂ ਜੈਨਰਿਕ ਦਵਾਈਆਂ ਵਾਲੇ ਪਾਸੇ ਹੋਣਾ ਨਾ, ਸਭ ਤੋਂ ਪਹਿਲਾਂ ਆਪਣੀ ਸਰਕਾਰ 'ਤੇ ਦਬਾਅ ਬਣਾਉਣਾ ਪਊਗਾ ਕਿ ਜੈਨਰਿਕ ਦਵਾਈਆਂ ਦਾ ਮਿਆਰ ਜਿਹੜਾ, ਸਟੈਂਡਰਡ ਹੈ ਜਿਹੜਾ, ਉਹ ਇੰਪਰੂਵ ਕਰੇ। ਕੀ ਕਰੋਗੇ ਤੁਸੀਂ? ਹੁਣ ਦੇਖੋ, ਜਿੱਥੋਂ ਤੱਕ ਸਵਾਲ ਹੈ ਕਿ ਤੁਸੀਂ ਡਾਕਟਰਾਂ 'ਤੇ ਸਵਾਲ ਚੁੱਕਦੇ। ਹੁਣ ਮੈਂ ਉਹ ਤੁਹਾਨੂੰ PDF ਪਾ ਦੂੰਗਾ, ਜਿਹੜੀ ਕਿ ਮੈਂ ਥੋੜ੍ਹੇ ਦਿਨ ਪਹਿਲਾਂ ਡਾਊਨਲੋਡ ਕੀਤੀ ਸੀਗੀ, ਜੋ ਮੈਡੀਕਲ ਕਾਉਂਸਲ ਆਫ ਇੰਡੀਆ, ਇਹਨਾਂ ਨੇ ਆਪਣੇ ਐਕਟ ਦੇ ਵਿੱਚ ਅਮੈਂਡਮੈਂਟ ਕਰ ਦਿੱਤਾ ਸੀਗਾ 2016 ਨੂੰ, ਅਕਤੂਬਰ 2016 ਨੂੰ। ਉਹ ਮੈਂ PDF ਪਾ ਦੂੰਗਾ ਸਾਰੀ। ਉਹਦੇ ਵਿੱਚ ਜਦੋਂ ਤੁਸੀਂ 1.5 ਨੁਕਤੇ 'ਤੇ ਪਹੁੰਚੋਗੇ, ਉਹਨਾਂ ਨੇ ਉਹਦੇ 'ਚ ਅਮੈਂਡਮੈਂਟ ਕਰਕੇ ਇਹ ਲਿਖ ਦਿੱਤਾ ਕਿ ਜਿੰਨੇ ਵੀ ਡਾਕਟਰ ਆ, ਅੱਛਾ, ਮੈਡੀਕਲ ਕਾਉਂਸਲ ਆਫ ਇੰਡੀਆ ਕੌਣ ਆ? ਕਿ ਜਿਹੜੇ ਡਾਕਟਰਾਂ ਦੇ ਉੱਤੇ ਮਤਲਬ ਕਿ ਇੱਕ ਜਿੱਦਾਂ ਕਹਿ ਲਈਏ ਕਿ ਨਿਯਮ ਤੈਅ ਕਰਨ ਵਾਲੇ ਕੁਝ ਲੋਕ ਬੈਠੇ ਆ, ਬਾਡੀ ਬੈਠੀ ਹੈ, ਹੈ ਨਾ। ਉਹ ਉਹਨਾਂ ਨੂੰ ਪ੍ਰੈਕਟਿਸ ਦੇ ਅਧਿਕਾਰ ਦਿੰਦੀ ਹੈ, ਪ੍ਰੈਕਟਿਸ ਦੇ ਨਿਯਮਾਵਲੀ ਬਣਾ ਕੇ ਦਿੰਦੀ ਹੈ ਕਿ ਤੁਸੀਂ ਇਸ ਨਿਯਮਾਵਲੀ ਦੇ ਤਹਿਤ ਪ੍ਰੈਕਟਿਸ ਕਰਨੀ ਹੈ, ਠੀਕ ਹੈ। ਹੁਣ ਇਹ ਚੀਜ਼ਾਂ ਤੁਹਾਨੂੰ ਕੋਈ ਨਹੀਂ ਦੱਸੇਗਾ ਕਿ ਇਹਨਾਂ ਨੇ ਮੈਡੀਕਲ ਕਾਉਂਸਲ ਆਫ ਇੰਡੀਆ ਵਾਲਿਆਂ ਨੇ 1.5 ਦੇ ਵਿੱਚ 1.5 ਦੇ ਵਿੱਚ ਜਾਨੀ ਸੋਧ ਕਰ ਦਿੱਤੀ। ਸੋਧ ਕਰਕੇ ਇਹਨਾਂ ਨੇ ਇਹ ਕਿਹਾ ਕਿ ਤੁਸੀਂ ਜੈਨਰਿਕ ਦਵਾਈਆਂ ਦੇ ਨਾਂ ਲਿਖੋਗੇ ਔਰ ਕੈਪੀਟਲ ਅੱਖਰਾਂ 'ਚ ਲਿਖੋਗੇ, ਠੀਕ ਹੈ। ਜੈਨਰਿਕ ਦਵਾਈਆਂ ਦੇ ਨਾਂ ਲਿਖੋਗੇ ਔਰ ਕੈਪੀਟਲ ਅੱਖਰਾਂ 'ਚ, ਭਾਵ ਵੱਡੇ ਅੱਖਰਾਂ 'ਚ ਲਿਖੋਗੇ। ਪਰਚੀ ਦੇ ਵੱਡੇ ਅੱਖਰਾਂ 'ਚ ਲਿਖਿਆ ਹੋਣਾ ਚਾਹੀਦਾ ਜੈਨਰਿਕ ਦਵਾਈਆਂ ਦਾ ਨਾਂ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਕੁਝ ਕਰਨਾ ਤਾਂ ਫਿਰ ਇੱਧਰਲੇ ਪਾਸੇ ਕਰੋ। ਜਦੋਂ ਕਾਨੂੰਨ ਹੈ, ਮੈਂ ਤੁਹਾਨੂੰ PDF ਕਮੈਂਟ ਬਾਕਸ ਦੇ ਵਿੱਚ ਇਸ ਲਾਈਵ ਤੋਂ ਬਾਅਦ ਪ੍ਰੋਵਾਈਡ ਕਰਵਾ ਦੂੰਗਾ। ਤੁਸੀਂ ਕਿਸੇ ਨੂੰ ਵੀ ਉਹ PDF ਦੇ ਸਕਦੇ ਹੋ, ਕਿਸੇ ਵੀ ਸਰਕਾਰੀ ਮਹਿਕਮੇ ਨੂੰ, ਕਿਸੇ ਵੀ ਸਰਕਾਰੀ ਅਫਸਰ ਨੂੰ ਦੇ ਸਕਦੇ ਹੋ ਕਿ ਜਦੋਂ ਕਾਨੂੰਨ ਬਣ ਗਿਆ ਤੁਸੀਂ ਜੈਨਰਿਕ ਦਵਾਈਆਂ ਲਿਖਣ ਲੱਗ ਪਓ। ਹੁਣ ਜੈਨਰਿਕ ਦਵਾਈਆਂ ਚਲੋ ਮੰਨ ਲਓ, ਹੁਣ ਡਾਕਟਰ ਲਿਖਣ ਵੀ ਲੱਗ ਪਊਗਾ, ਜੈਨਰਿਕ ਦਵਾਈਆਂ ਲਿਖਣ ਲੱਗ ਜਾਊਗਾ। ਸਾਰਾ ਦਾਰੋਮਦਾਰ ਕਿਹਦੇ ਕੋਲ ਆ ਗਿਆ? ਕੈਮਿਸਟ ਸ਼ਾਪ ਦੇ ਕੋਲ। ਹੁਣ ਜਿਹੜੇ ਕੈਮਿਸਟ ਆ, ਫਿਰ ਜਾਂ ਤਾਂ ਉਹ ਇਮਾਨਦਾਰੀ ਵਰਤਣ ਜਿਸ ਤਰ੍ਹਾਂ ਉਹ ਦਾਅਵਾ ਕਰਦੇ ਆ, ਨਹੀਂ ਤੇ ਜਿਹੜੇ RM ਡਾਕਟਰਾਂ ਦੇ ਕੋਲ ਜਾਂਦੇ ਕੀਮਤੀ ਤੋਹਫੇ ਲੈ ਕੇ। ਔਰ ਮਾਫ ਕਰਨਾ, ਨਰਿੰਦਰ ਮੋਦੀ ਨੇ ਤਾਂ ਇੱਥੋਂ ਤੱਕ ਆਖਿਆ ਹੋਇਆ ਕਿ ਡਾਕਟਰਾਂ ਨੂੰ ਔਰਤਾਂ ਦੀ ਰਿਸ਼ਵਤ ਵੀ ਦਿੱਤੀ ਜਾਂਦੀ ਹੈ, ਔਨ ਰਿਕਾਰਡ ਹੈ। ਉਹ ਵੀ ਖਬਰ ਮੈਂ ਕਟਿੰਗ ਕਰਕੇ ਪਾ ਦੂੰਗਾ ਕਮੈਂਟ ਬਾਕਸ ਦੇ ਵਿੱਚ ਕਿ ਡਾਕਟਰਾਂ ਨੂੰ ਦਵਾ ਕੰਪਨੀਆਂ ਵੱਲੋਂ ਔਰਤਾਂ ਤੱਕ ਪ੍ਰੋਵਾਈਡ ਕਰਵਾਈਆਂ ਜਾਂਦੀਆਂ। ਤਾਂ ਉਹ ਖੇਡ ਫਿਰ ਕੀ ਮੈਡੀਕਲਾਂ ਵਾਲਿਆਂ ਨਾਲ ਨਹੀਂ ਖੇਡਿਆ ਜਾਊਗਾ? ਕਿ ਮੈਡੀਕਲ ਵਾਲੇ ਉਸ ਥਾਂ 'ਤੇ ਹਰੀਸ਼ ਚੰਦਰ ਵਾਲਾ ਰੋਲ ਅਦਾ ਕਰ ਲੈਣਗੇ ਕਿ ਹਾਂ ਭਾਈ, ਨਹੀਂ ਅਸੀਂ ਤਾਂ ਲੋਕਾਂ ਦੇ ਨਾਲ ਖੜਾਂਗੇ, ਇਨਸਾਨੀਅਤ ਦੇ ਨਾਲ ਖੜਾਂਗੇ। ਪਰ ਉਹ ਕੀ ਸਾਰੇ ਇਸ ਤਰ੍ਹਾਂ ਗਰੰਟੀ ਨਾਲ ਕਹਿ ਸਕਦੇ ਆ? ਤਾਂ ਖੇਡ ਉੱਥੇ ਸ਼ੁਰੂ ਹੋ ਜਾਊਗੀ। ਔਰ ਦੂਜੀ ਗੱਲ ਇਹ ਆ ਕਿ ਜਿਵੇਂ ਮੈਂ ਕਿਹਾ ਕਿ ਜੈਨਰਿਕ ਦਵਾਈਆਂ, ਦੇਖੋ ਕੋਈ ਵੀ ਡਾਕਟਰ ਹੁੰਦਾ ਨਾ, ਉਹਦਾ ਸਾਲਾਂ ਦਾ ਇੱਕ ਤਜਰਬਾ ਹੁੰਦਾ ਹੈ ਕਿ ਯਾਰ ਜੇ ਮੰਨ ਲਓ ਹੁਣ ਮੈਨੂੰ ਅਲਰਜੀ ਆ ਤਾਂ ਉਹ ਮੈਂ ਕਿਸੇ ਅਲਰਜਿਕ ਸਪੈਸ਼ਲਿਸਟ ਕੋਲੇ ਗਿਆ। ਉਹਨੂੰ ਪਤਾ ਕਿ ਯਾਰ ਇਸ ਤਰ੍ਹਾਂ ਦੇ ਏਜ ਗਰੁੱਪ ਦੇ ਵਿੱਚ ਇਸ ਤਰ੍ਹਾਂ ਦੇ ਸਿੰਪਟਮ ਵਾਲੇ ਨੂੰ
ਆਹ ਦਵਾਈ ਜਿਹੜੀ ਆ ਜ਼ਿਆਦਾ ਅਸਰਕਾਰਕ ਹੁੰਦੀ ਹੈ। ਉਹਦਾ ਇੱਕ ਤਜਰਬਾ ਹੈ, ਠੀਕ ਹੈ, ਉਹਦਾ 10 ਸਾਲ ਦਾ 15 ਸਾਲ ਦਾ ਤਜਰਬਾ ਹੈ। ਔਰ ਐਥੀਕਲ ਦਵਾਈ ਦਾ ਫਰਕ ਹੁੰਦਾ, ਮੈਂ ਜਿਵੇਂ ਕਿਹਾ ਕਿ ਇੰਡੀਆ ਦੇ ਵਿੱਚ ਖਾਸ ਤੌਰ 'ਤੇ ਉਹ ਫਰਕ ਇਸ ਕਰਕੇ ਹੈ ਕਿਉਂਕਿ ਇਹਨਾਂ ਦਾ ਸਟੈਂਡਰਡ ਸਹੀ ਨਹੀਂ ਹੈ, ਸਟੈਂਡਰਡ ਸਹੀ ਨਹੀਂ ਹੈ। ਇਹ ਨਾ ਕਿਉਂਕਿ ਮੈਂ ਜੈਨਰਿਕ ਦਵਾਈਆਂ ਦੇ ਵਿਰੋਧ ਦੇ ਵਿੱਚ, ਮੈਂ ਤੁਹਾਨੂੰ ਤੱਥ ਦੱਸ ਰਿਹਾ ਕਿ 99% ਜੈਨਰਿਕ ਦਵਾਈਆਂ ਦੀ ਇਹ ਟੈਸਟਿੰਗ ਹੀ ਨਹੀਂ ਕਰਦੇ। ਇਹਨਾਂ ਨੂੰ ਪਤਾ ਕਿ ਗਰੀਬ ਗੁਰਬੇ ਨੇ ਖਾਣੀ ਆ ਯਾਰ, ਕੋਈ ਚੱਕਰ ਨਹੀਂ ਹੈ, ਠੀਕ ਹੈ। ਹੁਣ ਜੇ ਅਸੀਂ ਡਾਕਟਰਾਂ ਨੂੰ ਇਸ ਤਰ੍ਹਾਂ ਕਹਿੰਦੇ ਹਾਂ ਤਾਂ ਡਾਕਟਰ ਉਹ ਦਵਾਈਆਂ ਲਿਖਣੀਆਂ ਸਟਾਰਟ ਕਰ ਦੇਣਗੇ, ਬਟ ਉਹਦੇ 'ਚ ਕੀ ਹੈ ਕਿ ਇੱਕ ਤਾਂ ਡਾਕਟਰ ਦੇ ਲੈਵਲ ਦਾ ਫਰਕ ਜਿਹੜਾ ਖਤਮ ਹੋ ਜਾਊਗਾ ਕਿ ਕੋਈ ਡਾਕਟਰ ਆ, ਮਤਲਬ ਕਿ ਇੱਕ ਡਾਕਟਰ ਆ ਜਿਹਦਾ ਕੋਈ 20 ਸਾਲ ਦਾ ਤਜਰਬਾ, ਉਹਨੂੰ ਉਹਦੇ ਆਧਾਰ 'ਤੇ ਦਵਾਈਆਂ ਇੱਕ ਤਰ੍ਹਾਂ ਨਾਲ ਕਹਿ ਲਓ। ਸਾਰੇ ਬੇਈਮਾਨ ਨਹੀਂ ਹੈ, ਇਹ ਮੈਂ ਸਾਫ਼ ਕਰ ਦੇਵਾਂ, ਸਾਰੇ ਬੇਈਮਾਨ ਨਹੀਂ ਹੈ। ਤਾਂ ਗੱਲ ਇਹ ਆ ਕਿ ਜਦੋਂ ਉਹ ਤੁਸੀਂ ਕਰ ਦਿਓਗੇ, ਇੱਕ ਤਾਂ ਉਹਨਾਂ ਦਾ ਪਿੱਟਣਾ ਇਹੋ ਹੀ ਹੋਏਗਾ ਡਾਕਟਰਾਂ ਦਾ ਕਿ ਹਾਂ ਯਾਰ ਸਾਡਾ ਤਾਂ ਸਟੈਂਡਰਡ ਹੀ ਖਤਮ ਹੋ ਗਿਆ, ਸਾਡਾ ਤਾਂ ਲੈਵਲ ਹੈ ਜਿਹੜਾ ਉਹ ਖਤਮ ਹੋ ਗਿਆ। ਦੂਜੇ ਪਾਸੇ ਜੇ ਦੂਜੇ ਪਾਸੇ ਵੇਖੋਗੇ, ਆਪਾਂ ਗੱਲ ਕਰੀਏ ਕੈਮਿਸਟ ਸ਼ਾਪ ਤੇ, ਤਾਂ ਕੈਮਿਸਟ ਸ਼ਾਪ ਤੇ ਫਿਰ ਸਾਰਾ ਦਾਰੋਮਦਾਰ ਹੈਗਾ ਕਿ ਉਹ ਦਵਾਈ ਕਿਹੜੀ ਦੇ ਰਿਹਾ। ਤਾਂ ਹੁਣ ਜਦੋਂ 99% ਦਵਾਈ ਤੁਹਾਡੀ ਟੈਸਟ ਦੇ ਘੇਰੇ 'ਚ ਹੀ ਨਹੀਂ ਆਉਂਦੀ ਯਾਰ, ਤਾਂ ਤੁਹਾਡਾ ਸਟੈਂਡਰਡ ਕੀ ਆ। ਹੁਣ ਸਾਡੀ ਇਹੀ ਮੇਰੀ ਖਿਆਲ ਦੇ ਨਾਲ ਜਿਹੜੀ ਬਹਿਸ ਹੈ ਮੁੱਕਣੀ ਨਹੀਂ ਹੈ। ਇਹਦਾ ਸ਼ਾਰਟ ਟਰਮ ਦੇ ਵਿੱਚ ਕੋਈ ਹੱਲ ਨਜ਼ਰ ਨਹੀਂ ਆਉਂਦਾ, ਜਿੰਨਾ ਮਰਜ਼ੀ ਲੜ ਲਓ। ਇਹਦੇ ਵਿੱਚ ਕੀ ਆ ਕਿ ਜੇ ਮੂਵਮੈਂਟ ਬਣਦੀ ਹੈ, ਮਾਸ ਮੂਵਮੈਂਟ ਬਣਦੀ ਆ, ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਤੁਸੀਂ ਭਾਈ ਇਹ ਜਿਹੜੇ ਹੈਗੇ ਆ ਡਰੱਗ ਵਾਲੇ, ਡਰੱਗ ਕੰਟਰੋਲ ਕਰਦੇ ਆ ਜੋ ਵੀ ਮਹਿਕਮਾ, ਕਿ ਸਭ ਤੋਂ ਪਹਿਲਾਂ ਜੈਨਰਿਕ ਦਵਾਈਆਂ ਦੀ ਬ੍ਰਾਂਡਿੰਗ ਬੰਦ ਕੀਤੀ ਜਾਵੇ। ਕਿ ਜਿੱਦਾਂ ਮੰਨ ਲਓ ਉਹਨਾਂ ਦੀ ਕਾਸਟ ਕੁਛ ਵੀ ਨਹੀਂ ਆ ਰਹੀ, ਕਾਸਟ ਉਹਨਾਂ ਦੀ ਸਟ੍ਰਿਪ ਦੀ ਹੈਗੀ ਆ ਮੰਨ ਲਓ 13 ਰੁਪਏ, ਉਹ ਲਿਖ ਰਹੇ 1300, ਉਹ ਲੈਸ ਕਰਕੇ ਵੀ ਤੁਹਾਨੂੰ ਦੇ ਰਹੇ ਆ 900 ਦੀ, ਤਾਂ ਕਿੰਨਾ ਯਾਰ ਲੁੱਟ ਖਸੁੱਟ ਹੈ ਨਾ। ਕਿ ਤੁਸੀਂ ਇੱਕ ਤਾਂ ਜਿਹੜੀ ਉਹ ਬ੍ਰਾਂਡਿੰਗ ਹੈ ਉਹ ਬੰਦ ਕਰੋ ਭਾਈ। ਦੂਸਰਾ ਕਿ MRP ਦੀ ਨੀਤੀ ਹੋਣੀ ਚਾਹੀਦੀ ਆ। ਇਹ ਨਹੀਂ ਹੈ ਕਿ MRP ਕੋਈ ਵੀ ਲਿਖ ਲਵੇ। ਜਦੋਂ ਤੁਸੀਂ ਇੱਕ ਸਟੈਂਡਰਡ ਤੈਅ ਕਰਤਾ ਕਿ MRP ਤੋਂ ਉੱਤੇ ਨਹੀਂ ਜਾਣਾ, ਥੱਲੇ ਜੋ ਮਰਜ਼ੀ ਕਰੀ ਚਲੋ, ਫਿਰ ਤੇ ਮਾੜੀ ਗੱਲ ਹੈ ਹੋਗੀ ਨਾ। ਕਿ ਸਾਨੂੰ ਇਹਨਾਂ ਚੀਜ਼ਾਂ ਤੇ ਬੇਸਿਕ, ਇਹਨਾਂ ਚੀਜ਼ਾਂ ਤੇ ਸਾਨੂੰ ਬਹਿਸ ਮਬਾਸਾ ਕਰਨਾ ਚਾਹੀਦਾ ਕਿ ਹੱਲ ਕੀ ਹੋਵੇ। ਸੋ ਇਹ ਬਹੁਤ ਜ਼ਰੂਰੀ ਆ। ਅਸੀਂ ਐਵੇਂ ਬਿਨਾਂ ਗੱਲ ਤੋਂ, ਬਿਨਾਂ ਤੱਥਾਂ ਤੋਂ ਜਾਬਾਂ ਦੇ ਭੇਡ ਕਰੀ ਜਾਂਦੇ, ਕਿਸੇ ਨੂੰ ਪਤਾ ਹੀ ਨਹੀਂ ਮੇਰੇ ਵਰਗੇ ਨੂੰ ਤੇ, ਹੈ ਨਾ, ਕਿ ਅਸਲ ਦੇ ਵਿੱਚ ਖੇਡ ਕੀ ਆ। ਸੋ ਕਿਰਪਾ ਕਰਕੇ ਗੱਲ ਇਹ ਆ ਕਿ ਤੁਸੀਂ ਜੇ ਇਸ ਓਪੀਨੀਅਨ ਨੂੰ ਜੋ ਇੱਕ ਜਨਤਾ ਦੇ ਵਿੱਚ ਬਣ ਰਿਹਾ ਹੈ, ਇਹਨੂੰ ਤੁਸੀਂ ਮੂਵਮੈਂਟ ਦੇ ਰੂਪ ਦੇ ਵਿੱਚ ਅੱਗੇ ਲਿਜਾਣਾ, ਤਾਂ ਇਹ ਜਿਹੜੀਆਂ ਚੀਜ਼ਾਂ ਨੇ, ਇੱਕ ਤਾਂ ਹੈ ਕਿ ਗੌਰਮੈਂਟ ਸਟੈਂਡਰਡ ਜਿਹੜਾ ਉਹ ਇੰਪਰੂਵ ਕਰੇ। ਦੂਸਰਾ ਕਿ ਜੋ ਐਕਟ ਹੈ ਫਿਰ ਉਹ ਲਾਗੂ ਕਰਾ ਦੇਵੇ, ਕਿਉਂਕਿ ਐਕਟ ਦੇ ਵਿੱਚ ਤੇ ਲਿਖਿਆ ਹੋਇਆ ਕਿ ਡਾਕਟਰ ਜਿਹੜੇ ਜੈਨਰਿਕ ਦਵਾਈਆਂ ਕੈਪੀਟਲ ਅੱਖਰਾਂ 'ਚ ਲਿਖਣਗੇ। ਔਰ ਤੀਜੀ ਗੱਲ ਹੈ ਕਿ ਜਿਹੜੇ ਕੈਮਿਸਟ ਸ਼ਾਪ ਵਾਲੇ ਆ, ਜਿਹੜੇ ਮਤਲਬ ਕਿ ਅਣਜਾਣ ਬੰਦੇ ਆ, ਕੋਈ 4 ਸਾਲ ਕਿਸੇ ਕੈਮਿਸਟ ਸ਼ਾਪ ਤੇ ਲਾ ਲਏ, 2 ਸਾਲ ਲਾ ਲਏ, ਬਾਅਦ ਦੇ ਵਿੱਚ ਉਹ ਵੀ ਆ ਗਏ ਉਸ ਖੇਤਰ ਦੇ ਵਿੱਚ, ਔਰ ਠੀਕ ਹੈ ਨਾ, ਕਿ ਉਹ ਸਾਰੀਆਂ ਚੀਜ਼ਾਂ ਦਰੁਸਤ ਕਰ ਦੇਵੇ, ਫਿਰ ਤਾਂ ਜੈਨਰਿਕ ਦਵਾਈ ਦਾ ਬਹੁਤ ਜ਼ਿਆਦਾ ਫਾਇਦਾ। ਸੋ ਸਭ ਤੋਂ ਜ਼ਰੂਰੀ ਹੈ ਕਿ ਬ੍ਰਾਂਡਿੰਗ ਰੋਕੀ ਜਾਵੇ ਜੈਨਰਿਕ ਦਵਾਈਆਂ ਦੀ, MRP ਦੀ ਨੀਤੀ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਜਦ ਤੱਕ ਠੀਕ ਨਹੀਂ ਹੋਣਗੀਆਂ ਤਦ ਤੱਕ ਜਿੰਨਾ ਮਰਜ਼ੀ ਭੇਡ ਕਰੀ ਜਾਓ। ਸੋ ਆਹੀ ਗੱਲਬਾਤ ਕਹਿਣੀ ਸੀਗੀ ਕਿ ਇਹ ਜਿਹੜੀਆਂ ਨੇ ਨਾ ਤਥਾਤਮਕ ਚੀਜ਼ਾਂ, ਉਹ ਤੁਸੀਂ ਇਹਨਾਂ 'ਤੇ ਫੋਕਸ ਕਰਿਆ ਕਰੋ। ਬਾਕੀ ਜਿੰਨੇ ਮੋਦੀ ਖਾਨੇ ਖੋਲ੍ਹਣੇ ਭਰਾਓ, ਸਲੂਟ ਹੈ ਆਪਾਂ ਨੂੰ, ਪਰ ਇਸ ਚੀਜ਼ ਤੋਂ ਬਚਿਓ ਕਿ ਜੈਨਰਿਕ ਦਵਾਈਆਂ ਜਿਹੜੀਆਂ ਉਹ 99% ਜਿਹੜੀਆਂ ਜੈਨਰਿਕ ਦਵਾਈਆਂ ਜਿਹੜੀਆਂ ਟੈਸਟਿੰਗ ਦੇ ਘੇਰੇ 'ਚ ਨਹੀਂ ਆਉਂਦੀਆਂ, ਉਹਨਾਂ ਨੂੰ ਵੱਧ ਤੋਂ ਵੱਧ ਲਿਆਉਣਾ ਚਾਹੀਦਾ। ਸਟੈਂਡਰਡ ਇੰਪਰੂਵ ਹੋਵੇ, MRP ਦੀ ਨੀਤੀ ਤੈਅ ਹੋਵੇ, ਡਾਕਟਰ ਐਕਟ ਦੇ ਮੁਤਾਬਕ ਜੈਨਰਿਕ ਦਵਾਈਆਂ ਲਿਖਣ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ, ਕਿਸੇ ਨੂੰ ਕੋਈ ਸਮੱਸਿਆ ਨਹੀਂ ਹੋਏਗੀ। ਸੋ ਇਹ ਦੋਨੇ ਪੱਖ ਆ, ਦੋਨੇ ਕੀ ਮੈਂ ਤਿੰਨੇ ਪੱਖ ਹੀ ਦੱਸਦੇ ਆ, ਕੈਮਿਸਟ ਸ਼ਾਪ ਵਾਲਿਆਂ ਦਾ ਵੀ, ਫਿਰ ਦਵਾਈਆਂ ਵਾਲਿਆਂ ਦਾ ਵੀ, ਜਾਨੀ ਤਾਂ ਫਿਰ ਦੂਸਰੇ ਪਾਸੇ ਡਾਕਟਰਾਂ ਦਾ ਵੀ, ਅਤੇ ਤੀਸਰੇ ਪਾਸੇ ਇੱਕ ਗਾਹਕ ਦਾ ਵੀ, ਕਿ ਕਿਸ ਤਰ੍ਹਾਂ 13 ਰੁਪਏ ਦਾ ਕਾਸਟ ਵਾਲਾ 1300 ਦਾ ਚੱਲ ਜਾਂਦਾ ਅਤੇ ਉਹ ਲੈਸ ਕਰਕੇ 900 ਦਾ ਵੇਚੀ ਜਾਂਦੇ ਆ। ਇਹ ਲੁੱਟ ਖਸੁੱਟ ਜਿਹੜੀ ਆ ਬੰਦ ਹੋਣੀ ਚਾਹੀਦੀ ਆ। ਮਾਫ਼ ਕਰਨਾ, ਅਸੀਂ ਪੰਜਾਬੀ ਲੋਕ ਜਿਹੜੇ ਆ ਨਾ ਛੇਤੀ ਗੌਲਦੇ ਨਹੀਂ। ਜਦੋਂ ਤੱਕ ਚੈਨਲਾਂ 'ਤੇ ਗੱਲ ਨਾ ਪਹੁੰਚੇ, ਜਦੋਂ ਤੱਕ ਟ੍ਰਿਬਿਊਨ 'ਚ ਖਬਰ ਨਾ ਲੱਗੇ, ਜਦੋਂ ਤੱਕ ਸੋਸ਼ਲ ਮੀਡੀਆ 'ਤੇ ਇੱਕ ਕੋਈ ਵੱਡੀ ਤੜਕ ਫੜਕ ਦੀ ਵੀਡੀਓ ਆ ਜਾਵੇ, ਅਸੀਂ ਉਹਨਾਂ ਚਿਰ ਗੌਲਦੇ ਹੀ ਨਹੀਂ ਹੈ। ਸਾਡੇ ਗੁਰਪ੍ਰੀਤ ਸਿੰਘ ਚੰਦਬਾਜਾ ਮਿੱਤਰ ਆ, ਉਹਨਾਂ ਨੇ ਇਹ ਲੜਾਈ ਪਿਛਲੇ 4-5 ਸਾਲ ਤੋਂ ਵਿੱਢ ਰੱਖੀ ਆ ਔਰ ਹਾਈ ਕੋਰਟ ਤੱਕ ਲੈ ਕੇ ਗਏ। ਹਾਈ ਕੋਰਟ ਦੇ ਵਿੱਚੋਂ ਕੁਝ ਦਵਾਈਆਂ ਦੇ ਰੇਟ ਵੀ ਫਿਕਸ ਕਰਾ ਕੇ ਲਿਆਏ। ਉਹਨਾਂ ਨੇ ਇੱਕ ਵਾਰੀ ਖੁਲਾਸਾ ਕੀਤਾ ਸੀਗਾ ਕਿ ਕੈਂਸਰ ਦੀ ਜਿਹੜੀ ਦਵਾਈ ਵੇਚੀ ਜਾ ਰਹੀ ਸੀਗੀ 19,800 MRP 'ਤੇ, ਤਾਂ ਉਹ ਦਵਾਈ ਬੇਸਿਕਲੀ ਮਤਲਬ ਕਿ 1,700 ਰੁਪਏ ਦੀ ਸੀਗੀ। ਸੋ ਇੰਨਾ ਓਲਾ ਹੁੰਦਾ। ਇਹ ਲੜਾਈ ਬਹੁਤ ਲੰਮੇ ਸਮੇਂ ਤੋਂ ਜਾਰੀ ਆ। ਵਧੀਆ ਗੱਲ ਹੈ ਵੀਰੇ, ਤੁਸੀਂ ਆ ਰਹੇ ਹੋ, ਠੀਕ ਹੈ, ਇਸ ਪਾਸੇ ਆ ਰਹੇ ਹੋ, ਵਧੀਆ, ਪਰ ਮੈਡੀਕਲ ਪ੍ਰੋਫੈਸ਼ਨ ਦੀ ਟੋਟਲ ਜਾਣਕਾਰੀ ਮੈਨੂੰ ਵੀ ਨਹੀਂ ਹੈ।
ਪਰ ਜੋ ਮੈਂ ਇਹਨਾਂ ਦਿਨਾਂ ਦੇ ਵਿੱਚ ਰਿਸਰਚ ਕੀਤੀ, ਜੋ ਮੈਂ ਜਾਣਿਆ 4-5 ਸਾਲ 6 ਸਾਲ ਮੈਂ ਬੈਠਾ ਮੈਡੀਕਲ ਤੇ ਉੱਥੇ ਦੇਖਦਾ ਰਿਹਾ, ਸੋ ਇਹ ਜਿਹੜੇ ਉਹਦੇ ਤੱਤ ਸਾਰੇ ਆ। ਔਰ ਮੈਂ ਇੱਕ ਚੀਜ਼ ਹੋਰ ਵੀ ਵੇਖੂੰਗਾ ਕਿ ਸਮਾਜ ਦੇ ਵਿੱਚ ਵੀ ਇਹ ਕਮੀ ਆ ਕਿ ਜੇ ਕੈਮਿਸਟ ਸ਼ਾਪ ਵਾਲਾ ਦਵਾਈ ਦਿੰਦਾ ਵੀ ਆ ਤਾਂ ਉੱਥੇ ਸਾਡੇ ਬਜ਼ੁਰਗ ਜਾਂ ਸਾਡੇ ਮਾਨਯੋਗ ਭੈਣ ਭਰਾ ਜਿਹੜੇ ਉਹ ਅੜ ਜਾਂਦੇ ਆ ਕਿ ਨਹੀਂ, ਸਾਨੂੰ ਉਹੀ ਪੱਤਾ ਚਾਹੀਦਾ, ਸਾਨੂੰ ਉਸੇ ਰੰਗ ਦਾ ਹੀ ਚਾਹੀਦਾ, ਚਾਹੇ ਜੈਨਰਿਕ ਦਵਾਈ ਉਹ ਤੋਂ ਵਧੀਆ ਕੰਮ ਕਰਦੀ ਹੋਵੇ। ਸੋ ਇਹ ਵੀ ਇੱਕ ਸਮਾਜ ਦੇ ਵਿੱਚ ਪਰਸੈਪਸ਼ਨ ਬਣ ਚੁੱਕੀ ਆ। ਸੋ ਇਹੀ ਗੱਲਾਂ ਬਾਤਾਂ ਵੀਰੇ, ਸਾਰੇ ਪਾਸੇ ਦਾ ਪੁਆਇੰਟ ਆਫ ਵਿਊ ਵੇਖੋ, ਸਾਰੇ ਪਾਸੇ ਦੀਆਂ ਗੱਲਾਂ ਜਿਹੜੀਆਂ ਉਹ ਵੇਖੋ, ਉਹਨਾਂ ਦਾ ਨਿਚੋੜ ਕੱਢੋ, ਉਸ ਤੋਂ ਬਾਅਦ ਰਾਏ ਬਣਾਓ। ਬਹੁਤ ਵਧੀਆ ਗੱਲ ਆ, ਮੈਂ ਵੀ ਇਸ ਚੀਜ਼ ਦੇ ਹੱਕ ਦੇ ਵਿੱਚ ਆ, ਕਿਉਂਕਿ ਦਵਾਈ ਤੇ ਮੈਂ ਵੀ ਖਰੀਦਣੀ, ਹੋਰ 4 ਸਾਲਾਂ ਨੂੰ ਤੇ ਦਵਾਈਆਂ ਵੱਧ ਜਾਣੀਆਂ ਨੇ। ਤਾਂ ਖੈਰ ਇਹ ਠੀਕ ਆ ਕਿ ਲੜਾਈ ਜਾਰੀ ਰੱਖੋ, ਪਰ ਲੜਾਈ ਦਾ ਹਰੇਕ ਪੱਖ ਹੈ ਜਿਹੜਾ ਉਹ ਜਾਣਨਾ ਬਹੁਤ ਲਾਜ਼ਮੀ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਗੁਰਪਿਆਰੇ ਤੁਸੀਂ ਸਭ ਨੇ ਵੀਰ ਦੀਆਂ ਗੱਲਾਂ ਸੁਣੀਆਂ ਤੇ ਉਸਨੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਆਖਿਰ ਜੈਨਰਿਕ ਤੇ ਐਥੀਕਲ ਦੇ ਵਿੱਚ ਫਰਕ ਕੀ ਹੈ ਤੇ ਕਿੱਦਾਂ ਇਹ ਮਾਫੀਆ ਚੱਲਦਾ ਹੈ, ਕਿਉਂਕਿ ਜਿਸ ਦੇ ਕੋਲ ਵੀ ਜਦੋਂ ਤੱਕ ਇੱਕ ਦਵਾਈ ਦਾ ਪੇਟੈਂਟ ਹੈ ਉਦੋਂ ਤੱਕ ਉਹ ਦਵਾਈ ਐਥੀਕਲ ਹੈ, ਤੇ ਜਦੋਂ ਇਹ ਪੇਟੈਂਟ ਖਤਮ ਹੋ ਜਾਂਦਾ ਹੈ ਤਾਂ ਉਹ ਦਵਾਈ ਜੈਨਰਿਕ ਹੋ ਜਾਂਦੀ ਹੈ। ਪਰ ਉਸ ਦਵਾਈ ਦੇ ਨਾਮ ਦੇ ਉੱਤੇ ਹੀ ਅਲੱਗ-ਅਲੱਗ ਕੰਪਨੀਆਂ ਨਵੇਂ ਬ੍ਰਾਂਡ ਤੇ ਨਵੀਆਂ ਪੈਕਿੰਗਸ ਬਣਾ ਕੇ, ਜਦਕਿ ਸਾਲਟ ਸੇਮ ਹੁੰਦਾ ਹੈ, ਮਾਰਕੀਟ 'ਚ ਉਤਾਰ ਦਿੰਦੀਆਂ ਨੇ ਤੇ ਰੱਜ ਕੇ ਲੋਕਾਂ ਦੀ ਛਿੱਲ ਲਾਉਂਦੀਆਂ ਨੇ, ਤੇ ਇਸ ਦੀ ਸਾਰ ਕੋਈ ਸਰਕਾਰ ਨਹੀਂ ਲੈਂਦੀ, ਕਿਉਂਕਿ ਕਿਤੇ ਨਾ ਕਿਤੇ ਸਰਕਾਰਾਂ ਵੀ ਇਸ ਦੇ ਵਿੱਚੋਂ ਆਪਣਾ ਹਿੱਸਾ ਪਾਉਂਦੀਆਂ ਹੀ ਪਾਉਂਦੀਆਂ ਨੇ, ਖਾਂਦੀਆਂ ਹੀ ਖਾਂਦੀਆਂ ਨੇ। ਹੁਣ ਇਹ ਆਵਾਮ ਨੇ ਤੈਅ ਕਰਨਾ ਹੈ ਕਿ ਇਹ ਦਵਾਈਆਂ ਦਾ ਜੋ ਦੁਨੀਆ ਦੇ ਸਾਹਮਣੇ ਕੱਚਾ ਚਿੱਠਾ ਬਾਬੇ ਨਾਨਕ ਤੇ ਮੋਦੀ ਖਾਨੇ ਨੇ ਖੋਲ੍ਹਿਆ ਹੈ, ਕਿ ਇਸ ਤੋਂ ਬਾਅਦ ਸਰਕਾਰਾਂ ਕੁੰਭਕਰਨੀ ਨੀਂਦ ਤੋਂ ਜਾਗਣਗੀਆਂ ਕਿ ਆਮ ਲੋਕਾਂ ਦੀ ਜਿਹੜੀ ਛਿੱਲ ਲਾਈ ਜਾਂਦੀ ਹੈ ਗਰੀਬਾਂ ਦੀ, ਉਸ ਤੋਂ ਉਹਨਾਂ ਨੂੰ ਬਚਾਇਆ ਜਾ ਸਕੇਗਾ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।